ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਸਾਰਿਆਂ ਨੂੰ। ਵੈਲਕਮ ਟੂ ਸਿੰਗ ਇਨ ਯੂਕੇ। ਅੱਜ ਦਾ ਟੌਪਿਕ ਆਪਣਾ ਲਾਸਟ ਵੀਡੀਓ ਦੱਸਿਆ ਕਿ ਥੋੜਾ ਜਿਹਾ ਇੰਟਰਸਟਿੰਗ ਹੋਣ ਵਾਲਾ ਹੈ ਤੇ ਅੱਜ ਦਾ ਟੌਪਿਕ ਆਪਣਾ ਮੇਨ ਮੋਟਿਵ ਹੈਗਾ ਇਹ ਵਰਕ ਪਰਮਿਟ ਰਿਲੇਟਡ। ਸੋ ਆਪਣੇ ਨਾਲ ਹੈਗੇ ਆ ਆਪਣੇ ਇੱਕ ਖਾਸ ਦੋਸਤ ਗੌਤਮ, ਇਹ ਹੈਗੇ ਆ ਬ੍ਰਦਰ ਆਪਣੇ ਅੰਮ੍ਰਿਤਸਰ ਤੋਂ। ਤੇ ਹੁਣ ਆਪਾਂ ਗੱਲ ਕਰ, ਮੈਂ ਥੋੜਾ ਜਿਹਾ ਓਵਰਵਿਊ ਦੱਸ ਦਿੰਦਾ ਕਿ ਇਹ ਆਪਾਂ ਅੱਜ ਇਹ ਆਪਣੇ ਨਾਲ ਕਿਉਂ ਹੈ। ਇਹ ਪਹਿਲਾਂ ਇਹ ਆਪਣੇ ਪੰਜਾਬ ਤੋਂ ਹੈ, ਮਤਲਬ ਇੰਡੀਆ ਤੋਂ ਹੈ। ਫਿਰ ਇਹ ਸਿੰਗਾਪੁਰ ਗਏ ਆ, ਇਹ ਇੱਕ IT ਪ੍ਰੋਫੈਸ਼ਨਲ ਨੇ। ਇਹ ਫਿਰ ਸਿੰਗਾਪੁਰ ਰਹੇ ਆ ਤੇ ਸਿੰਗਾਪੁਰ ਤੋਂ ਇੱਥੇ ਇਹ UK ਮਾਈਗ੍ਰੇਟ ਹੋਏ ਆ ਲੌਂਗ ਟਰਮ ਵੀਜ਼ੇ ਤੇ। ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਅੱਗੇ, ਬਟ ਮੈਂ ਤੁਹਾਨੂੰ ਦੱਸਦਾ ਇਹ ਵਰਕ ਪਰਮਿਟ ਤੇ ਇੱਥੇ ਆਏ ਆ ਵਿਦ ਫੈਮਿਲੀ। ਤਾਂ ਸਭ ਤੋਂ ਪਹਿਲਾਂ ਗੌਤਮ ਵੀਰੇ ਵੈਲਕਮ ਟੂ ਸਿੰਗ ਇਨ UK ਆਪਣੇ YouTube ਚੈਨਲ ਤੇ। ਤੇ ਇਹ ਆਪਣੇ ਦੋਸਤ ਹੀ ਆ, ਬਾਹਲੀ ਆਪਾਂ ਫਾਰਮੈਲਿਟੀ ਤਾਂ ਵੈਸੇ ਕਰਨੀ ਨਹੀਂ ਹੈਗੀ। ਤੇ ਥੈਂਕ ਯੂ ਜੀ। ਤੇ ਇਹ ਥੋੜਾ ਦੱਸੋ ਵੀ ਆਪਾਂ ਪਹਿਲਾਂ ਤਾਂ ਇਹ ਦੱਸੋ ਵੀ ਆਪਾਂ UK ਚੂਜ਼ ਕਿਉਂ ਕੀਤਾ। देयर आर डिफरेंट फैक्टर्स ਹੈਗੇ ਆ। ਜਿਹੜਾ ਇੱਕ ਸਭ ਤੋਂ ਜ਼ਿਆਦਾ ਪ੍ਰੋਮੀਨੈਂਟ ਫੈਕਟਰ ਮੇਰੇ ਲਈ ਹੈਗਾ ਸੀ ਕਿ ਕੰਟਰੀ ਅੱਛੀ ਹੈ ਇਨ ਟਰਮਸ ਆਫ ਵੈਦਰ, ਇਨ ਟਰਮਸ ਆਫ ਓਪਰਚੁਨਿਟੀਜ਼ ਐਂਡ ਮੈਨੂੰ ਜੇ 3-4 ਜਿਹੜੀਆਂ ਆਪਸ਼ਨ ਹੋਰ ਦਿਖ ਰਹੀਆਂ ਸੀ ਉਹਨਾਂ ਵਿੱਚੋਂ UK ਦੇ ਪ੍ਰੋਸਪੈਕਟ ਮੈਨੂੰ ਜ਼ਿਆਦਾ ਬੈਟਰ ਲੱਗ ਰਹੇ ਸੀ ਇਨ ਟਰਮਸ ਆਫ ਕਿ ਸੈਟਲਮੈਂਟ ਹੋ ਗਈ ਜਾਂ ਅੱਗੇ, ਜਾਂ ਕਹਿ ਸਕਦੇ ਆ ਕਿ ਮੇਰਾ ਜਿਹੜਾ ਸਪੈਸ਼ਲ ਪ੍ਰੋਫਾਈਲ ਸੀ ਜਾਂ ਜਿਹੜਾ ਮੈਨੂੰ ਓਪਰਚੁਨਿਟੀ ਮਿਲ ਰਹੀ ਸੀ, ਮੈਨੂੰ ਲੱਗਦਾ ਸੀ ਉਹਦੇ ਵਿੱਚ ਮੇਰੇ ਗਰੋਥ ਦੇ ਚਾਂਸਸ ਜ਼ਿਆਦਾ ਹੈਗੇ ਆ। ਸੋ ਦੈਟ ਵਾਸ ਵਨ ਆਫ ਦ ਮੇਨ ਰੀਜ਼ਨ ਜਿਹਦੇ ਕਰਕੇ ਮੈਂ ਕਹਿ ਸਕਦਾ ਹਾਂ ਕਿ ਮੈਂ UK ਚੂਜ਼ ਕਰ ਸਕਿਆ। ਕਿ ਆਪਸ਼ਨ USA ਵੀ ਹੈਗੀ ਸੀ ਵੀ ਅਗਰ? ਹਾਂ, US ਵਿੱਚ ਆਪਸ਼ਨ ਸੀ, ਹੋਰ ਵੀ ਡਿਫਰੈਂਟ ਕੰਟਰੀਜ਼ ਮੈਂ ਕਹਿ ਸਕਦਾ ਹਾਂ ਆਪਸ਼ਨਸ ਹੈਗੀਆਂ ਸੀ, ਬਟ ਜਿਹੜੀ ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਮੈਚ ਆਪਸ਼ਨ ਸੀ ਉਹ ਜ਼ਿਆਦਾ ਮੈਨੂੰ ਜ਼ਿਆਦਾ ਅੱਛੀ ਲੱਗ ਰਹੀ ਸੀ। ਤੇ ਥੋੜਾ ਬਹੁਤ ਬਾਕੀ ਗੌਤਮ ਆਪਾਂ ਨੂੰ ਥੋੜਾ ਜਿਹਾ ਆਪਣੇ ਬਾਰੇ ਦੱਸਣਗੇ ਕਿ ਤੁਸੀਂ ਕੀਤਾ ਕੀ ਹੈ ਇੰਡੀਆ ਤੋਂ। ਠੀਕ ਹੈ, ਪਹਿਲਾਂ ਉਹਦੇ ਬਾਰੇ ਗੱਲ ਕਰਦੇ ਹਾਂ ਵੀ ਆਪਾਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਐਕਚੁਅਲ ਦੇ ਵਿੱਚ ਪ੍ਰੋਫੈਸ਼ਨ ਹੈ ਕੀ ਹੈ ਤੇ ਕੀਤਾ ਕੀ ਹੈ, ਕਿੰਨੇ ਸਾਲ ਦਾ ਐਕਸਪੀਰੀਅੰਸ ਹੈ। ਬਾਕੀ ਕੀ ਅੱਗੇ ਇਨ ਡੈਪਥ ਹੈ, ਮੈਂ ਕਿਹੜੇ ਡੋਮੇਨ ਤੇ ਕੰਮ ਕਰਦਾ ਉਹਦੇ ਬਾਰੇ ਆਪਾਂ ਬਾਅਦ ਚ ਕਰਾਂਗੇ। ਪਹਿਲਾਂ ਤਾਂ ਇਹ ਦੱਸੋ ਵੀ ਆਪਾਂ ਨੇ ਇੰਡੀਆ ਤੋਂ ਕੀ ਕੀਤਾ, ਫਿਰ ਐਕਸਪੀਰੀਅੰਸ ਕਿੰਨਾ ਟੋਟਲ। ਹਾਂ, ਇੰਡੀਆ ਤੋਂ ਮੈਂ ਬੇਸਿਕਲੀ BTech ਕੀਤੀ ਹੈ, ਜਿਹਨੂੰ ਆਪਾਂ ਬੈਚਲਰਸ ਆਫ ਟੈਕਨੋਲੋਜੀ ਕਹਿੰਦੇ ਹਾਂ। ਮੇਰਾ IT ਸਟਰੀਮ ਸੀ ਤੇ ਮੇਰਾ ਜਿਹੜਾ ਵਰਕ ਐਕਸਪੀਰੀਅੰਸ ਹੈ ਪਿਛਲੇ 10 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ। ਠੀਕ ਹੈ, ਪਿਛਲੇ 10 ਸਾਲ ਤੋਂ ਕਹਿ ਸਕਦੇ ਹੋ ਮੈਂ ਸਿੰਗਾਪੁਰ 'ਚ ਕੰਮ ਕਰ ਰਿਹਾ ਹਾਂ। ਤੇ ਇੰਡੀਆ 'ਚ ਕੰਮ ਕੀਤਾ? ਇੰਡੀਆ 'ਚ ਹਾਂਜੀ ਮੈਂ ਆਲਮੋਸਟ 6 ਮਹੀਨੇ ਕੰਮ ਕੀਤਾ ਹੋਇਆ, 6-7 ਮਹੀਨੇ। ਤੇ ਉਸ ਤੋਂ ਬਾਅਦ ਸਿੱਧਾ ਫਿਰ ਸਿੰਗਾਪੁਰ ਮਾਈਗ੍ਰੇਟ ਹੋ ਗਏ? ਹਾਂ, ਮੈਂ ਮਾਈਗ੍ਰੇਟ ਇਹ ਕਹਿ ਸਕਦੇ ਹੋ ਕਿ ਸਿੰਗਾਪੁਰ ਦੇ ਵਿੱਚ ਵੀ ਇੱਕ ਓਪਰਚੁਨਿਟੀ ਹੈਗੀ ਸੀ ਤੇ ਉਹਦੇ ਓਪਰਚੁਨਿਟੀ ਦੇ ਉੱਤੇ ਮੈਂ ਮਤਲਬ ਇੰਟਰਵਿਊਜ਼ ਦਿੱਤੇ, ਫਿਰ ਉਸ ਤੋਂ ਬਾਅਦ ਜੋ ਡਿਫਰੈਂਟ ਪ੍ਰੋਸੈਸ ਸੀ ਉਹਦਾ ਵੀ। ਸੋ ਉਸ ਤੋਂ ਬਾਅਦ ਆਪਾਂ ਮੂਵ। ਉਹ ਵੀ ਮੀਨਸ ਕੰਪਨੀ ਦੇ ਥਰੂ ਹੀ ਗਏ ਸੀ? ਹਾਂਜੀ, ਉਹ ਐਕਚੁਅਲੀ ਮੈਂ ਡੈਲ ਸਰਵਿਸ ਕਰਕੇ ਕੰਪਨੀ ਹੁੰਦੀ ਸੀ, ਉੱਥੇ ਕੰਮ ਕਰਦਾ ਸੀ। ਉਹਨਾਂ ਨੇ ਮੈਨੂੰ ਫਿਰ ਉੱਥੇ ਸਿੰਗਾਪੁਰ ਮੂਵ ਕੀਤਾ ਸੀ ਕਿਉਂਕਿ ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਉੱਥੇ ਇੱਕ ਓਪਰਚੁਨਿਟੀ ਹੈਗੀ ਸੀ। ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਅਰਾਊਂਡ 10 ਸਾਲ ਸਿੰਗਾਪੁਰ ਕੰਮ ਕੀਤਾ ਹੈ ਨਾ? ਹਾਂਜੀ, ਮੈਂ 10 ਸਾਲ ਸਿੰਗਾਪੁਰ ਕੰਮ ਕੀਤਾ। ਉਸ ਤੋਂ ਬਾਅਦ ਜੋ ਮੈਂ ਓਪਰਚੁਨਿਟੀ ਦੇਖ ਰਿਹਾ ਸੀ ਉਹ ਸਿੰਗਾਪੁਰ ਵਿੱਚ ਵੀ ਮਿਲ ਸਕਦੀ ਸੀ, ਬਟ ਮੈਨੂੰ ਇੱਥੇ ਵੀ ਜ਼ਿਆਦਾ ਬੈਟਰ ਲੱਗੀ, ਥੋੜਾ ਗਰੋਥ ਲੱਗਿਆ ਉਹਦੇ ਵਿੱਚ। ਦੈਨ ਆਈ ਮੂਵ ਟੂ UK। ਬਾਕੀ IT ਸੈਕਟਰ UK ਦੇ ਚ ਵਧੀਆ ਹੈ? ਹਾਂ, ਐਕਚੁਅਲੀ UK ਦੇ ਵਿੱਚ IT ਵਿੱਚ ਕਾਫੀ ਓਪਰਚੁਨਿਟੀਜ਼ ਹੈ, ਬਿਕਾਜ਼ ਜਿਹੜਾ ਆਪਾਂ ਲੰਡਨ ਕਹਿੰਦੇ ਆ ਉਹ ਇੱਕ ਇਨੋਵੇਸ਼ਨ ਦਾ ਤੇ IT ਦਾ ਹੱਬ ਮੰਨਿਆ ਜਾਂਦਾ ਵਾ ਯੂਰਪ ਦੇ ਵਿੱਚ। ਨਾਲੇ ਇੱਕ ਇਹ ਵੀ ਗੱਲ ਹੈ, ਆਪਾਂ ਕਈ ਵਾਰੀ ਸਾਡੇ ਜਿਹੜੇ ਸਬਸਕ੍ਰਾਈਬਰ ਹੈ ਉਹ ਵੀ ਕਾਫੀ ਸਟੂਡੈਂਟਸ ਹੈ ਤੇ ਉਹ ਕਹਿੰਦੇ ਆ ਵੀ ਸਾਨੂੰ ਫਰੈਸ਼ਰਸ ਨੂੰ ਜੌਬ ਨਹੀਂ ਕਈ ਵਾਰੀ IT 'ਚ ਮਿਲਦੀ। ਬਟ ਮੈਂ ਇੱਕ ਗੱਲ ਜ਼ਰੂਰ ਕਹਿਣਾ, ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਅੱਜ ਆਪਾਂ ਨੇ ਟੌਪਿਕ ਤੇ ਗੱਲ ਕਰਨੀ ਹੈ ਜਿਹੜੀ ਉਹ ਸਿਰਫ ਐਕਸਪੀਰੀਅੰਸ ਹੋਲਡਰ ਦੀ ਗੱਲ ਕਰਨੀ ਹੈ, ਆਪਣਾ ਫਰੈਸ਼ਰ ਬਾਰੇ ਗੱਲ ਨਹੀਂ ਕਰਨੀ, ਕਿਉਂਕਿ ਉਹ ਇੱਕ ਅਨਦਰ ਟੌਪਿਕ ਬਣਦਾ ਹੈ ਨਾ ਕਿ ਫਰੈਸ਼ਰ ਦਾ ਕਿਵੇਂ ਜੌਬ ਦਾ ਹੈ। ਇਹ ਹੈਗਾ ਐਕਸਪੀਰੀਅੰਸ। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਜਾਂ ਤੁਸੀਂ ਮਾਈਗ੍ਰੇਟ ਹੋਣਾ ਚਾਹੁੰਦੇ ਹੋ, ਕਿਵੇਂ ਆਪਸ਼ਨ ਹੈ। ਆਈ ਨਹੀਂ ਇਸ ਵੀਡੀਓ ਦੇ ਵਿੱਚ ਇਹ ਨਹੀਂ ਆਪਾਂ ਨੇ ਦੱਸਣਾ ਵੀ ਕਿਵੇਂ ਹੋ ਸਕਦੇ ਹੋ, ਆਪਾਂ ਨੇ ਇਹ ਦੱਸਣਾ ਵੀ ਇਹ ਕਿਵੇਂ ਹੋਏ ਆ ਤੇ ਪੋਸੀਬਿਲਿਟੀ ਹੈਗੀ ਹੈ। ਠੀਕ ਹੈ, ਆਈ ਕੈਨ ਸ਼ੇਅਰ ਮਾਈ ਐਕਸਪੀਰੀਅੰਸ। ਬਿਲਕੁਲ। ਤੇ ਇਹ ਤਾਂ ਹੋ ਗਿਆ ਵੀ ਆਪਾਂ ਓਪਰਚੁਨਿਟੀ ਆਪਾਂ ਨੂੰ ਮਿਲੀ ਤੇ ਆਪਾਂ ਇੱਥੇ ਆ ਗਏ। ਹਾਂਜੀ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਅਗਰ ਕੋਈ IT ਪ੍ਰੋਫੈਸ਼ਨਲ ਇੰਡੀਆ 'ਚ ਹੈ ਜਾਂ ਕਿਤੇ ਵੀ ਕੋਈ ਵੀ ਕੰਟਰੀ 'ਚ ਹੈ, ਤੁਸੀਂ ਸਿੰਗਾਪੁਰ ਤੋਂ ਆਏ ਹੋ, ਬਟ ਹੈ ਤਾਂ ਉਹੀ ਬੈਕਗਰਾਊਂਡ ਆਪਣਾ IT ਇੰਡੀਆ ਤੋਂ ਹੀ ਹੈ। ਠੀਕ ਹੈ, ਬਟ ਕਹਿਣ ਦਾ ਮਤਲਬ ਵੀ ਜਿਹੜੀ ਇਹ ਵੀਡੀਓ ਹੈ ਇਹ ਜ਼ਰੂਰੀ ਨਹੀਂ ਹੈ ਵੀ ਸਿੰਗਾਪੁਰ ਤੋਂ ਹੀ ਤੁਸੀਂ ਮਾਈਗ੍ਰੇਟ ਹੋ ਸਕਦੇ ਹੋ, ਕਿਤੋਂ ਵੀ ਹੋ ਸਕਦਾ, ਇੰਡੀਆ, ਪਾਕਿਸਤਾਨ, ਕਿਤੇ ਵੀ ਤੁਹਾਨੂੰ ਲੱਗਦਾ। ਸੋ ਪਹਿਲੀ ਗੱਲ ਤਾਂ ਇਹ ਗੱਲ ਕਰਦੇ ਹਾਂ, ਆਪਾਂ ਸਟਾਰਟ ਕਰਦੇ ਹਾਂ ਕਿ ਅਗਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ UK ਦੇ ਵਿੱਚ ਆਉਣਾ ਹੈ ਐਜ਼ ਅ IT ਪ੍ਰੋਫੈਸ਼ਨਲ ਮਾਈਗ੍ਰੇਟ ਹੋ ਗਏ, ਤਾਂ ਆਪਾਂ ਨੂੰ ਕੀ ਚੀਜ਼ ਦਾ ਧਿਆਨ ਰੱਖਣਾ ਹੈ ਤੇ ਕੀ ਕਰਨਾ ਪਊਗਾ, ਕੰਪਨੀਜ਼ ਨੂੰ ਕੀ ਕਰਨਾ ਪਊਗਾ, ਸਾਰਾ ਕੁਝ ਥੋੜਾ ਜਿਹਾ ਆਪਾਂ ਓਵਰਵਿਊ ਗੱਲ ਕਰੀਏ। ਹਾਂਜੀ, ਰਾਈਟ। ਸੋ ਮੈਂ ਤੁਹਾਨੂੰ ਪੁਆਇੰਟ ਵਾਈਜ਼ ਦੱਸ ਸਕਦਾ ਹਾਂ, ਹਨਾ।
ਜਿੱਦਾਂ ਕਿ ਮੇਰੀ ਜਰਨੀ ਸੀ, ਮੈਂ ਉਹ ਜਰਨੀ ਪੂਰੀ ਸ਼ੇਅਰ ਹਾਂ ਤੁਸੀਂ ਆਪਣੀ ਜਰਨੀ ਦੱਸੋ, ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਜਰਨੀ Exactly, ਹਾਂ, ਠੀਕ ਹੈ, ਕਿਸੇ ਨੂੰ 100% ਦੇਣਾ ਪੈਂਦਾ, ਕਿਸੇ ਨੂੰ 50%, ਸੋ ਆਪਾਂ ਆਪਣੀ ਥੋੜੀ ਜਰਨੀ ਦੀ ਗੱਲ ਕਰਦੇ ਹਾਂ। ਸੋ ਫਰਸਟ ਐਂਡ ਫੋਰਮੋਸਟ ਥਿੰਗ, ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਜਿਹੜੀ ਬਹੁਤ ਜ਼ਰੂਰੀ ਹੈ, ਤੁਹਾਡੇ ਕੋਲ ਇੱਕ IT ਕੰਪਨੀ ਐਸੀ ਹੋਣੀ ਚਾਹੀਦੀ ਹੈ ਜਿਹਦੇ ਕੋਲ UK ਦੇ ਵਿੱਚ ਜੌਬ ਓਪਰਚੁਨਿਟੀ ਹੋਣੀ ਚਾਹੀਦੀ ਹੈ। ਬਿਲਕੁਲ ਰਾਈਟ। ਅਗਰ ਜੌਬ ਓਪਰਚੁਨਿਟੀ UK ਦੇ ਵਿੱਚ ਹੋਏਗੀ, ਦੈਨ ਦ ਫਰਸਟ ਪੁਆਇੰਟ ਫॉर दैट ਕੰਪਨੀ ਇਜ਼, ਉਹ ਕੰਪਨੀ ਲਈ ਪਹਿਲੀ ਚੀਜ਼ ਇਹ ਹੈ ਕਿ ਕੰਪਨੀ ਨੂੰ ਉਹ ਜੌਬ ਓਪਰਚੁਨਿਟੀ ਫੇਅਰ ਬੇਸਿਸ ਲਈ UK ਦੇ ਵਿੱਚ 30 ਡੇਜ਼ ਲਈ ਪੋਸਟ ਕਰਨੀ ਪਏਗੀ, ਉਹ ਤਾਂ ਕਿ ਉਹ ਕੋਈ ਵੀ UK ਹੋਲਡਰ ਹੈ ਜਾਂ UK ਦੇ ਵਿੱਚ UK ਪਾਸਪੋਰਟ ਹੋਲਡਰ ਹੈ ਜਾਂ ਲੋਕਲ ਸਿਟੀਜ਼ਨ ਹੈ, ਉਹਦੇ ਫੇਅਰ ਬੇਸਿਸ ਤੇ ਜਾਂ ਫੇਅਰ ਗਰਾਊਂਡਸ ਤੇ ਉਹਨੂੰ ਉਹ ਜੌਬ ਅਪਲਾਈ ਕਰ ਸਕੇ, ਉਹਦਾ ਇੰਟਰਵਿਊ ਦੇ ਸਕੇ, ਹਨਾ। ਤੇ ਜੇ ਬਾਈ ਚਾਂਸ ਉਹਨਾਂ ਨੂੰ ਕੋਈ ਪ੍ਰੋਫਾਈਲ ਜਾਂ ਬੈਸਟ ਸੂਟਡ ਆਪਸ਼ਨ UK ਦੇ ਵਿੱਚ ਮਿਲ ਜਾਂਦਾ, UK ਸਿਟੀਜ਼ਨ ਜਾਂ ਕੋਈ ਵੀ ਇੱਥੇ ਦਾ ਨਹੀਂ ਮਿਲਦਾ, ਹਾਂਜੀ, ਤਾਂ ਉਹ ਹਾਂ, ਜੇ ਉਹ ਨਹੀਂ ਮਿਲਦਾ ਦੈਨ ਦੇ ਵਿਲ ਮੂਵ ਆਊਟ। ਅਗਰ ਉਹ ਮਿਲ ਜਾਂਦਾ ਵਾ ਦੈਨ ਦੇ ਕੈਨੋਟ ਗੋ ਆਊਟ। ਹੁਣ ਆਪਾਂ ਕੇਸ, ਮੈਂ ਆਪਣੇ ਕੇਸ ਕਹਿ ਦਿੰਦਾ ਵਾ ਕਿ ਮੰਨ ਲਓ ਬਾਈ ਚਾਂਸ ਉਹਨਾਂ ਨੂੰ ਨਹੀਂ ਮਿਲਿਆ, ਹਨਾ, ਉਹ 30 ਡੇਜ਼ ਦੇ ਵਿੱਚ ਨਹੀਂ ਮਿਲਿਆ, ਉਹਨਾਂ ਨੂੰ ਫਿਰ ਗਵਰਨਮੈਂਟ ਦੀ ਜਿਹੜੀ ਬਾਡੀ ਹੁੰਦੀ ਹੈ, ਆਈ ਡੋਨਟ ਨੋ ਇੱਥੇ ਜਿਹੜੀ ਹੋਮ ਆਫਿਸ, ਹਨਾ, ਹੋਮ ਆਫਿਸ ਵਾਲਿਆਂ ਨੂੰ ਦੱਸਦੇ ਆ ਕਿ ਸਾਨੂੰ ਇਹ ਵਾਲੀ ਪ੍ਰੋਫਾਈਲ ਚਾਹੀਦੀ ਸੀ, ਇਹ ਵਾਲੀ ਪ੍ਰੋਫਾਈਲ ਸਾਨੂੰ ਨਹੀਂ ਮਿਲੀ, ਅਸੀਂ ਇੰਨੇ ਬੰਦੇ ਇੰਟਰਵਿਊ ਕੀਤੇ ਹੈ, ਤੇ ਵਿਦ ਅ ਸਟਰੋਂਗ ਬਿਜ਼ਨਸ ਜਸਟੀਫਿਕੇਸ਼ਨ ਜਿਹੜੀ ਫੇਅਰ ਗਰਾਊਂਡਸ ਤੇ ਹੋਣੀ ਚਾਹੀਦੀ ਹੈ, ਦੈਨ ਦੇ ਹੈਵ ਦ ਪਰਮਿਸ਼ਨ ਫਰੋਮ ਦ ਹੋਮ ਆਫਿਸ ਕਿ ਉਹ ਓਪਰਚੁਨਿਟੀ ਨੂੰ UK ਤੋਂ ਬਾਹਰ ਪੋਸਟ ਕਰ ਸਕਦੇ, ਤੇ ਉਹ ਫਿਰ ਆਲ ਓਵਰ ਦਾ ਵਰਲਡ ਜਾਂਦੀ ਹੈ। ਦੈਨ ਉਹ ਕੰਪਨੀ ਤੇ ਡਿਪੈਂਡ ਕਰਦਾ ਹੈ, ਕੰਪਨੀ ਨੂੰ ਇੰਡੀਆ ਤੋਂ ਬੰਦਾ ਚਾਹੀਦਾ ਹੈ ਕਿ ਸਿੰਗਾਪੁਰ ਤੋਂ ਬੰਦਾ ਚਾਹੀਦਾ, ਕਿਉਂਕਿ ਤੁਸੀਂ ਕਹਿ ਸਕਦੇ ਹੋ ਜੇ IT ਦੇ ਕੇਸ ਵਿੱਚ ਹੈ, ਤੁਸੀਂ ਇੰਡੀਆ, ਸਿੰਗਾਪੁਰ ਜਾਂ AP ਦੇ ਹੱਬ ਵਿੱਚ ਜਾਓਗੇ। ਬਿਲਕੁਲ। ਤੇ ਅਗਰ ਮੈਂ ਇਸ ਨੂੰ ਬਰੀਫਲੀ, ਇਹ ਪੁਆਇੰਟ ਜਿਹੜਾ ਇਹਨਾਂ ਨੇ ਦੱਸਿਆ ਉਹ ਬਰੀਫਲੀ ਉਹਨੂੰ ਮੈਂ ਸ਼ਾਰਟ ਕਰਾਂ ਤਾਂ ਉਹਦਾ ਆਨਸਰ ਇਹ ਹੈ ਕਿ ਤੁਹਾਡੀ ਇੱਥੇ UK ਦੇ ਵਿੱਚ ਜੋ ਤੁਹਾਡੀ ਇੰਡੀਆ ਦੇ ਵਿੱਚ ਤੁਸੀਂ ਕੰਪਨੀ 'ਚ ਕੰਮ ਕਰ ਰਹੇ ਆ, ਉਹਦੇ ਟਾਈ ਅਪਸ ਹੋਣੇ ਚਾਹੀਦੇ ਆ, ਉਹਦੇ ਲਿੰਕਸ ਹੋਣੇ ਚਾਹੀਦੇ ਆ, ਉਹਦੇ ਪ੍ਰੋਜੈਕਟਸ ਚੱਲਣੇ ਹੋਣੇ ਚਾਹੀਦੇ ਆ, ਜਿਹਨੂੰ ਆਪਾਂ ਔਨ ਸ਼ੋਰ ਕਹਿੰਦੇ ਆ ਕਿ ਉਹ ਮਤਲਬ IT ਪ੍ਰੋਫੈਸ਼ਨ ਨੂੰ UK ਭੇਜ ਸਕਦੇ ਆ। ਕਿਉਂਕਿ ਕਈ ਵਾਰੀ ਕੀ ਹੁੰਦਾ, ਮੈਨੂੰ ਕੁਐਸਚਨ ਆਉਂਦੇ ਹੈ ਕਿ ਭਾਜੀ ਅਸੀਂ IT ਪ੍ਰੋਫੈਸ਼ਨ 'ਚ ਮੈਂ ਕੰਮ ਕਰ ਰਿਹਾ, ਮੈਨੂੰ ਇੰਨੇ ਸਾਲ ਦਾ ਐਕਸਪੀਰੀਅੰਸ ਹੈ, ਬਟ ਮੈਨੂੰ ਇੱਥੇ ਜੌਬ ਮਿਲ ਨਹੀਂ ਰਹੀ, ਮੈਂ ਇੰਡੀਡ ਤੇ ਦੇ ਰਿਹਾ। ਉਹਦਾ ਰੀਜ਼ਨ ਇਹੀ ਹੈ ਕਿ ਤੁਹਾਡੀ ਕੰਪਨੀ ਤੁਹਾਨੂੰ ਬਾਹਰ ਨਹੀਂ ਭੇਜ ਸਕਦੀ, ਉਹਦਾ ਰੀਜ਼ਨ ਇਹ ਹੈ, ਠੀਕ ਹੈ, ਉਹਦੇ ਟਾਈ ਅਪਸ ਨਹੀਂ ਹੈਗੇ ਇੱਥੇ। ਅਗਰ ਤੁਹਾਡੀ ਕੰਪਨੀ ਬਾਹਰ ਭੇਜ ਸਕਦੀ ਹੈ ਫਿਰ ਤੁਹਾਡਾ ਨੰਬਰ ਆ ਸਕਦਾ, ਤੁਸੀਂ ਆਪਣੇ ਮੈਨੇਜਰ ਨਾਲ ਗੱਲ ਕਰੋ, ਕਿਸੇ ਨਾਲ ਵੀ ਕਰੋ। ਸੋ ਨੰਬਰ 1 ਪੁਆਇੰਟ, ਵੈਕੈਂਸੀ ਹੋਣੀ ਚਾਹੀਦੀ ਹੈ UK ਦੇ ਵਿੱਚ, ਜਿਸ ਕੰਪਨੀ ਦੇ ਵਿੱਚ ਆ ਕੇ ਤੁਸੀਂ ਕੰਮ ਕਰੋਗੇ, ਠੀਕ ਹੈ। ਤੇ ਉਹੀ ਨੰਬਰ ਪੁਆਇੰਟ 1 ਦੇ ਵਿੱਚ ਹੀ ਹੈਗੀ ਹੈ ਕਿ ਤੁਹਾਡੇ ਟਾਈ ਅਪਸ ਹੋਣੇ ਚਾਹੀਦੇ ਆ ਤੁਹਾਡੀ ਆਪਣੀ ਕੰਪਨੀ ਦੇ ਵਿੱਚ, ਠੀਕ ਹੈ। ਤੇ ਨੰਬਰ 2 ਉਹ ਤੁਹਾਡੇ ਤੇ ਡਿਪੈਂਡ ਕਰਦਾ ਵਾ, ਕਿਉਂਕਿ ਜਿਹੜੀ ਓਪਰਚੁਨਿਟੀ ਹੈਗੀ ਹੈ ਤੁਹਾਡੇ ਕੋਲ ਉਹਦਾ ਸਕਿੱਲ ਵੀ ਹੋਣਾ ਚਾਹੀਦਾ ਵਾ, ਬਿਕਾਜ਼ ਸਕਿੱਲ ਬੇਸਡ ਵੀਜ਼ਾ। ਬਿਲਕੁਲ ਹਾਂ, ਨਾ ਸੌਰੀ ਮੈਂ ਇੰਟਰਪਟ ਕਰਦਾ, ਪਰ ਜਿਹੜਾ ਇਹ ਵੀਜ਼ਾ ਆਪਾਂ ਗੱਲ ਕਰ ਰਹੇ ਹਾਂ ਸਕਿਲਡ ਬੇਸ ਵੀਜ਼ਾ ਹੈ, ਇਹ ਕੋਈ ਇਹ ਨਹੀਂ ਹੈਗਾ ਕਿ ਆਪਾਂ ਇੱਕ ਵਰਕ ਪਰਮਿਟ ਆਪਾਂ ਸਿੱਧਾ ਹੀ ਇੰਡੀਆ ਤੋਂ ਲੈ ਸਕਦੇ ਹਾਂ। ਅਗਰ ਕਿਸੇ ਨੇ 12th ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਸਿੱਧਾ ਵਰਕ ਪਰਮਿਟ ਮਿਲ ਜਾਏਗਾ UK। ਇਹ ਸਕਿਲਡ ਵਰਕ ਵੀਜ਼ੇ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਠੀਕ ਹੈ, ਅੱਗੇ ਆਪਾਂ ਹੋਰ ਕੰਟੀਨਿਊ ਰੱਖਦੇ ਹਾਂ। ਨੰਬਰ 2 ਤੇ ਆਪਾਂ ਮੈਨੂੰ ਦੱਸ ਦਿੱਤਾ ਕਿ ਸਕਿੱਲ ਬੇਸਡ ਹੋਣਾ ਚਾਹੀਦਾ, ਤੁਹਾਡੇ ਕੋਲ ਸਕਿੱਲ ਐਕਚੁਅਲੀ ਹੋਣਾ ਚਾਹੀਦਾ ਵਾ, ਪ੍ਰੂਵਨ ਸਕਿੱਲ ਹੋਣਾ ਚਾਹੀਦਾ ਵਾ, ਤੁਸੀਂ ਮਤਲਬ ਇੰਨੇ ਸਾਲ ਉਸ ਸਕਿੱਲ ਤੇ ਕੰਮ ਕੀਤਾ, ਰਾਈਟ। ਤੇ ਜਿਹੜੀ ਮੇਨ ਤੀਸਰੀ ਹੋਰ ਚੀਜ਼ ਹੈਗੀ ਹੈ ਉਹ ਹੈਗੀ ਹੈ ਕਿ ਤੁਹਾਡੀ ਕੰਪਨੀ ਜਦੋਂ ਬਾਹਰੋਂ ਬੰਦਾ ਲੈ ਕੇ ਆਉਂਦੀ ਹੈ, ਮਤਲਬ UK ਦੇ ਬਾਹਰੋਂ ਬੰਦਾ ਲੈ ਕੇ ਆਉਂਦੀ ਹੈ, ਦੇ ਸ਼ੁੱਡ ਬੀ ਵਿਲਿੰਗ ਟੂ ਸਪੈਂਡ ਦੈਟ ਮਚ ਆਫ ਮਨੀ, ਕਿਉਂਕਿ ਜਿਹੜਾ ਸਕਿੱਲ ਬੇਸਡ ਵੀਜ਼ਾ ਲੱਗਦਾ ਵਾ ਉੱਤੇ ਕੰਪਨੀ ਜਿੰਨਾ ਵੀ, ਆਈ ਡੋਂਟ ਨੋ ਕਿੰਨਾ ਖਰਚਾ ਟੋਟਲੀ ਹੁੰਦਾ ਵਾ, ਬਟ ਕਿਉਂਕਿ ਉਸ ਕੇਸ ਦੇ ਵਿੱਚ ਕੰਪਨੀ ਨੂੰ ਤੁਹਾਡੀ ਇੰਟਰਵਿਊਜ਼ ਲੈਣੀਆਂ, ਕੰਡਕਟ ਕਰਵਾਉਣੀਆਂ ਵਾ, ਤੁਹਾਡਾ ਪ੍ਰੋਫਾਈਲ ਦਿਖਾਉਣਾ ਵਾ, ਪ੍ਰੋਫਾਈਲ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਵਾ, ਜਿਵੇਂ ਕਿ ਵਨ ਆਫ ਦਾ ਥਿੰਗ ਮੇਰੇ ਲਈ ਹੈਗੀ ਸੀ ਕਿ ਇਨਫੈਕਟ ਆਈ ਵਾਜ਼ ਆਲਸੋ ਸਰਪ੍ਰਾਈਜ਼ ਟੂ ਨੋ ਦੈਟ ਕਿ ਜਿਹੜੀ ਮੈਂ ਡਿਗਰੀ ਕੀਤੀ ਹੈ BTech, ਉਹ ਮੈਂ ਇੰਗਲਿਸ਼ ਵਿੱਚ ਕੀਤੀ ਹੈ ਕਿ ਨਹੀਂ। ਹਾਂ, ਮਤਲਬ ਇਹ ਪ੍ਰੂਵ ਕਰਨਾ ਪਏਗਾ। ਉਹਦੇ ਲਈ ਤੁਹਾਡੀ ਜਿਹੜੀ ਡਿਗਰੀਜ਼ ਹੈ ਉਹ ਤੁਹਾਨੂੰ UK ਦੀ ਇੱਕ ਬਾਡੀ ਹੈ, ਉਹਨੂੰ ਆਪਾਂ NARIC NARIC ਨੈਸ਼ਨਲ ਐਕੈਡਮਿਕ ਰਿਕੋਗਨੀਸ਼ਨ ਇਨਫੋਰਮੇਸ਼ਨ ਸੈਂਟਰ, ਉਹ ਐਕਚੁਅਲੀ ਚੈੱਕ ਕਰਦੀ ਹੈ ਤੁਹਾਡੀ ਜਿਹੜੀ ਡਿਗਰੀਜ਼ ਹੈ ਉਹ ਇੰਗਲਿਸ਼ ਵਿੱਚ ਹੈਗੀਆਂ ਕਿ ਨਹੀਂ। ਬਿਲਕੁਲ ਰਾਈਟ, ਉਹ ਮੇਰੀ ਡਿਗਰੀਜ਼ ਚੈੱਕ ਹੋਈਆਂ ਸੀ, ਉਹਦਾ ਵੀ ਕੁਝ ਫੀਸ ਹੁੰਦੀ ਹੈ ਬਟ ਉਹ ਕੰਪਨੀ ਸਪੈਂਡ ਛੋਟੀ ਮੋਟੀ, ਬਟ ਨੈਰਿਕ ਦਾ ਇਹ ਚੱਕਰ ਹੈ ਵੀ ਅਗਰ ਤੁਹਾਡੀ ਕਿਸੇ ਨੇ ਹਿੰਦੀ ਮੀਡੀਅਮ ਪੰਜਾਬੀ ਮੀਡੀਅਮ 'ਚ ਡਿਗਰੀ ਕੀਤੀ, ਵੈਸੇ ਤਾਂ ਅੱਜ ਕੱਲ੍ਹ ਇੰਗਲਿਸ਼ ਮੀਡੀਅਮ ਹੀ ਹੈ, ਬਟ ਅਗਰ ਕੋਈ IT ਪ੍ਰੋਫੈਸ਼ਨ ਹਿੰਦੀ ਮੀਡੀਅਮ ਜਾਂ ਪੰਜਾਬੀ ਮੀਡੀਅਮ 'ਚ ਕੀਤੀ ਹੋਈ ਹੈ ਤਾਂ ਉਹਦੀ ਕੋਈ ਜ਼ਿਆਦਾ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ। ਉਹ ਸਿਰਫ ਤੁਹਾਨੂੰ ਨੈਰਿਕ ਕਰਕੇ ਉਹ ਕਨਵਰਜਨ ਕਰ ਦੇਣਗੇ ਕਿ ਹਾਂਜੀ ਇਹ ਇਕੁਇਲੈਂਟ ਹੈ, ਹਾਂ ਰਾਈਟ, ਇਹ ਓਨੀ ਡਿਗਰੀ ਦੀ ਇਕੁਇਲੈਂਟ ਹੈਗੀ ਹੈ, ਬਸ ਦੈਟਸ ਇਟ, ਹੋਰ ਕੋਈ ਬਾਹਲੀ ਟੈਨਸ਼ਨ ਲੈਣ ਵਾਲੀ ਗੱਲ ਮੈਨੂੰ HR ਨੇ ਵੀ ਦੱਸਿਆ ਸੀ ਜੇ ਬਾਈ ਚਾਂਸ ਤੁਸੀਂ ਨਹੀਂ ਕਰ ਸਕਦੇ ਹੋ
ਤੇ ਤੁਹਾਨੂੰ ਇੱਕ ਆਇਲਟਸ ਦਾ ਐਗਜ਼ਾਮ ਦੇਣਾ ਪੈਂਦਾ ਵਾ ਜਾਂ ਆਇਲਸ ਦਾ ਐਗਜ਼ਾਮ ਦੇਣਾ ਪੈਂਦਾ। ਉਹਦਾ ਕੋਈ ਮਤਲਬ ਆਏ ਨਹੀਂ ਹੈ ਵੀ ਤੁਹਾਨੂੰ 7 ਬੈਂਡ ਚਾਹੀਦੇ ਆ 8 ਬੈਂਡ ਚਾਹੀਦੇ। ਇੱਕ ਇੰਗਲਿਸ਼ ਤੇ ਲਿਸਨਿੰਗ ਦਾ ਤੁਹਾਨੂੰ ਇੱਕ ਹੁੰਦਾ ਟੈਸਟ, ਉਹ ਦੇਣਾ ਪਊਗਾ। ਉਹਦੀ ਕੋਈ ਵੱਡੀ ਵੱਡੀ ਟੈਨਸ਼ਨ ਨਹੀਂ ਹੈਗੀ। ਸੋ ਇਹ ਹੈਗਾ ਪੁਆਇੰਟ ਆਪਣਾ, ਠੀਕ ਹੈ ਕਿ ਬਸ ਉਸ ਤੋਂ ਬਾਅਦ ਚੋਂ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਜਿਹੜੀ ਕੰਪਨੀ ਹੈ ਦੇ ਸ਼ੁੱਡ ਬੀ ਰੈਡੀ ਟੂ ਪੇ UK ਦੀ ਐਵਰੇਜ ਸੈਲਰੀ, ਰਾਈਟ? ਜੇ ਅਸੀਂ gov.uk www.gov.uk ਤੇ ਤੁਸੀਂ ਜਾ ਕੇ ਦੇਖ ਸਕਦੇ ਹੋ, ਉੱਥੇ ਅੱਜ ਦੀ ਡੇਟ ਦੀ ਐਵਰੇਜ ਸੈਲਰੀ ਜਿਹੜੀ ਲਿਖੀ ਹੋਈ ਹੈ ਉਹਨਾਂ ਨੇ 30,000 ਪਾਉਂਡਸ ਲਿਖੀ ਹੋਈ ਹੈ। ਹਾਂ, ਮੈਂ ਇਹਦਾ ਮੈਂ ਥੋੜਾ ਜਿਹਾ ਉਹ ਦੱਸ ਦਿੰਦਾ ਵੀ ਕੀ ਹੈ। ਹਾਂਜੀ, ਇਹਦਾ ਕੀ ਹੈ, ਅਗਰ ਕੋਈ ਕੰਪਨੀ ਤੁਹਾਨੂੰ ਸਪਾਂਸਰ ਕਰ ਰਹੀ ਹੈ, UK ਦੀ ਕੰਪਨੀ ਤੁਹਾਨੂੰ ਸਪਾਂਸਰ ਕਰ ਰਹੀ ਹੈ, ਦੈਟ ਮੀਨਸ ਆਪਾਂ ਥੋੜਾ ਜਿਹਾ ਮੈਂ ਬੈਕ ਜਾਣਾ, ਉਹਨਾਂ ਨੂੰ ਸਪਾਂਸਰ ਕਿਉਂ ਨਹੀਂ ਕਰਦੇ? ਰੀਜ਼ਨ ਕੀ ਹੈ ਮੈਂ ਪਹਿਲਾਂ ਦੱਸਦਾ। ਰੀਜ਼ਨ ਕੀ ਹੈ ਕਿਉਂ ਸਪਾਂਸਰਸ਼ਿਪ ਤੁਹਾਨੂੰ ਆਪਾਂ ਨੂੰ ਇੰਡੀਆ ਤੋਂ ਜਾਂ ਕਿਉਂ ਲੋਕ ਬੁਲਾਉਂਦੇ ਨਹੀਂ ਹੈਗੇ UK ਦੇ? ਕਿਉਂਕਿ ਉਹ ਬਹੁਤ ਜ਼ਿਆਦਾ ਪੈਸਾ ਖਰਚਦੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਖਰਚਣਾ ਪੈਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ, 20,000 ਪਾਉਂਡ 10,000 ਪਾਉਂਡ, ਇਹ ਆਰਾਮ ਨਾਲ ਹੈ। ਮੈਂ ਇੱਕ ਮਿਨੀਮਮ ਕੋਸਟ ਤੁਹਾਨੂੰ ਦੱਸ ਰਿਹਾ ਵੀ ਇੰਨਾ ਦਾ ਉਹਨਾਂ ਨੂੰ ਕੰਪਨੀ ਨੂੰ ਖਰਚਣਾ ਪੈਂਦਾ ਹੈ। ਅਗਰ ਉਹ ਕਿਸੇ IT ਪ੍ਰੋਫੈਸ਼ਨ ਨੂੰ, ਕਿਸੇ ਨਰਸਿਸ ਨੂੰ, ਡਾਕਟਰ ਨੂੰ ਕਿਸੇ ਵੀ ਵਰਕ ਪਰਮਿਟ ਤੇ ਇੰਡੀਆ ਤੋਂ, ਪਾਕਿਸਤਾਨ ਤੋਂ, ਕਿਤੋਂ ਵੀ ਬੁਲਾਉਂਦੇ ਆ, ਤਾਂ ਕਰਕੇ ਉਹ ਲੋਕ ਕੰਪਨੀ ਜ਼ਿਆਦਾਤਰ ਕਹਿੰਦੀ ਹੈ ਯਾਰ ਅਸੀਂ ਨਹੀਂ ਬੁਲਾਉਣਾ, ਅਸੀਂ ਵਰਕ ਪਰਮਿਟ ਨਹੀਂ ਦੇਣਾ, ਸਾਨੂੰ UK ਦਾ ਹੀ ਠੀਕ ਹੈ ਬੰਦਾ, ਠੀਕ ਹੈ ਨਾ? ਸੋ ਇਹ ਤਾਂ ਹੋ ਗਿਆ ਪੁਆਇੰਟ। ਬਾਕੀ ਅਗਰ ਜੇ ਕੰਪਨੀ ਕੋਈ ਤੁਹਾਨੂੰ ਸਪਾਂਸਰ ਕਰ ਰਹੀ ਹੈ, ਠੀਕ ਹੈ, ਤਾਂ ਤੁਹਾਡੀ ਮਿਨੀਮਮ ਸੈਲਰੀ 30,000 ਹੋਣੀ ਚਾਹੀਦੀ ਹੈ ਤਾਂ ਅੱਜ ਦੀ ਡੇਟ ਦੇ ਵਿੱਚ, ਠੀਕ ਹੈ, 30,000 ਹੋਣੀ ਚਾਹੀਦੀ ਹੈ ਤਾਂ ਉਹ ਕੰਪਨੀ ਹੋਮ ਆਫਿਸ ਦੇ ਵਿੱਚ ਤੁਹਾਡੇ ਵੀਜ਼ੇ ਲਈ ਅਪਲਾਈ ਕਰ ਸਕਦੀ ਹੈ, ਉਹਦੀ ਐਲੀਜੀਬਿਲਟੀ ਹੈ। ਅੱਜ ਦੀ ਡੇਟ ਦੇ ਵਿੱਚ ਮੈਂ ਲਿੰਕ ਦੇ ਦੂੰਗਾ, UK ਗਵਰਨਮੈਂਟ ਸਾਈਟ ਤੇ ਹੈ। ਇਹ ਆਪਾਂ ਆਪਣੇ ਕੋਲੋਂ ਕੁਝ ਨਹੀਂ ਦੱਸ ਰਹੇ, ਸਾਰਾ ਗਵਰਨਮੈਂਟ ਸਾਈਟ ਤੇ ਤੁਹਾਨੂੰ ਮਿਲ ਜੂਗਾ। UK ਦੀ ਗਵਰਨਮੈਂਟ ਸਾਈਟ ਤੇ ਰਿਕੁਆਇਰਮੈਂਟ ਕੀ ਹੈ, Tier 2 ਵੀਜ਼ਾ ਜਰਨਲ। ਹੁਣ ਇਹ ਵੀ ਦੱਸ ਦੇਣਾ, ਇਹਨਾਂ ਨੂੰ ਜਰਨਲ ਵੀਜ਼ਾ ਮਿਲਿਆ, ਉਹਦੇ ਬਾਰੇ ਥੋੜਾ ਜਿਹਾ ਦੱਸਦੇ ਹਾਂ ਅੱਗੇ। ਤੇ ਇਹ ਸਾਰਾ ਤੁਹਾਨੂੰ ਲਿੰਕ ਦੇ ਡਿਸਕ੍ਰਿਪਸ਼ਨ ਵਿੱਚ ਦੱਸ ਦੇਣਾ, ਤੁਸੀਂ ਉੱਥੇ ਪੜ੍ਹ ਲਿਓ ਰਿਕੁਆਇਰਮੈਂਟ ਕੀ ਹੈ ਅਗਰ ਕੋਈ IT ਪ੍ਰੋਫੈਸ਼ਨਲ ਆਉਣਾ ਚਾਹੁੰਦਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਪੇ ਹੋਗੀ, ਤੁਹਾਨੂੰ ਦਿਖਾਣੀ ਪੈਂਦੀ ਹੈ ਤੁਹਾਡੀ, ਉਹ ਵਿਲਿੰਗਲੀ ਤੁਹਾਨੂੰ ਖਰਚਾ ਤੁਹਾਡਾ ਕਰਨਾ ਚਾਹਣਗੇ, ਠੀਕ ਹੈ, ਉਹ ਹੋ ਗਿਆ। ਉਸ ਤੋਂ ਬਾਅਦ ਚੋਂ ਜਿਵੇਂ ਤੁਸੀਂ ਜੇ ਇੰਡੀਆ 'ਚ ਬੈਠੇ ਹੋ ਜਾਂ ਕਿਸੇ ਵੀ ਪਾਕਿਸਤਾਨ ਜਾਂ ਸਿੰਗਾਪੁਰ ਕੰਟਰੀ 'ਚ ਬੈਠੇ ਹੋ, ਉੱਥੇ ਤੁਹਾਡਾ ਵੀਜ਼ਾ ਅਪਲਾਈ ਕੀਤਾ ਜਾਏਗਾ, UK ਹੋਮ ਆਫਿਸ ਨੂੰ ਭੇਜਿਆ ਜਾਏਗਾ। ਉਹਦੇ ਲਈ ਤੁਹਾਡਾ ਬਾਇਓਮੈਟ੍ਰਿਕ ਹੁੰਦਾ ਵਾ, ਤੁਹਾਡਾ ਤੇ ਤੁਹਾਡੀ ਫੈਮਿਲੀ ਦਾ ਬਾਇਓਮੈਟ੍ਰਿਕ ਹੋਏਗਾ। ਉਹ ਬਾਇਓਮੈਟ੍ਰਿਕ ਜਦੋਂ ਹੋ ਜਾਂਦਾ ਵਾ ਤੇ ਫਿਰ ਉਸ ਤੋਂ ਬਾਅਦ ਚੋਂ UK ਹੋਮ ਆਫਿਸ ਵੇਖਦਾ ਵਾ ਕਿ ਤੁਹਾਡੀ ਪ੍ਰੋਫਾਈਲ ਐਕਸੈਪਟਡ ਹੈਗੀ ਹੈ ਕਿ ਨਹੀਂ, ਕਿਉਂਕਿ ਉਹ ਜਦੋਂ ਤੋਂ ਬਾਇਓਮੈਟ੍ਰਿਕ ਹੁੰਦਾ ਵਾ ਤੁਹਾਨੂੰ ਉਹਦੇ ਵਿੱਚ ਕਾਫੀ ਚੀਜ਼ਾਂ ਦੱਸਣੀਆਂ ਪੈਂਦੀਆਂ, ਜਿਵੇਂ ਕਿ ਫੋਰ ਐਗਜ਼ਾਮਪਲ ਤੁਹਾਡੀ ਕ੍ਰੈਡਿਟ ਹਿਸਟਰੀ ਮੈਂ ਕਹਿ ਸਕਦਾ ਕਿ ਤੁਹਾਡੇ ਬੈਂਕ 'ਚ ਕਿੰਨਾ ਪੈਸੇ ਪਏ ਹੈ, ਪਲੱਸ ਜੇ ਤੁਸੀਂ ਉਹ ਨਹੀਂ ਦੱਸ ਸਕਦੇ ਤੁਹਾਡੀ ਕੰਪਨੀ ਨੂੰ A ਗ੍ਰੇਡ ਦੀ ਤੁਹਾਡੀ ਕੰਪਨੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਤੁਹਾਨੂੰ ਜ਼ਰੂਰਤ ਨਾ ਪਵੇ। ਜਾਂ ਦੂਸਰੀ ਸਭ ਤੋਂ ਇੰਪੋਰਟੈਂਟ ਥਿੰਗ ਹੈ, ਤੁਹਾਨੂੰ ਦੱਸਣਾ ਪਏਗਾ ਪਿਛਲੇ 12 ਮਹੀਨੇ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਟਰੈਵਲ ਕੀਤਾ ਵਾ, ਕਿੱਥੇ ਕਿੱਥੇ ਰਹੇ ਹੋ। ਤੁਹਾਨੂੰ ਪ੍ਰੋਪਰ ਕੰਪਲੀਟ ਇਨਫੋਰਮੇਸ਼ਨ UK ਹਾਊਸ ਨੂੰ ਦੇਣੀ ਪੈਂਦੀ ਹੈ ਤਾਂ ਕਿ ਉਹ ਆਪਣੇ ਵੱਲੋਂ ਵੈਰੀਫਾਈ ਕਰ ਸਕਣ। ਬਾਕੀ ਇੱਕ ਇਹ ਵੀ ਗੱਲ ਹੈ ਵੀ ਡਿਫਰੈਂਟ ਸਿਨਾਰੀਓ ਹੈ ਡਿਫਰੈਂਟ ਲੋਕਾਂ ਲਈ, ਇਹਨਾਂ ਲਈ ਡਿਫਰੈਂਟ ਹੋਏਗਾ। ਮੇਬੀ ਕੋਈ ਹੋਰ IT ਪ੍ਰੋਫੈਸ਼ਨਲ ਹੈ, ਉਹਦੀ ਕੰਪਨੀ ਹੋਰ ਹੈ, ਮੇਬੀ ਉਹਦੇ 'ਚ ਥੋੜਾ ਰਿਕੁਆਇਰਮੈਂਟ ਤਾਂ ਸੇਮ ਹੋਣਗੀਆਂ, ਬਟ ਥੋੜਾ ਬਹੁਤਾ ਮੇਬੀ ਉਹ 12 ਮੰਥ ਨਾ ਦਿਖਾਉਣ ਦੀ ਲੋੜ ਪਵੇ ਜਾਂ ਕੁਝ ਕੰਪਨੀ ਦਿਖਾ ਦੇ, ਥੋੜਾ ਬਹੁਤਾ ਫੇਰ ਬਦਲ ਇੱਧਰ ਉੱਧਰ ਹੋ ਸਕਦਾ ਹੈ। ਕਹਿਣ ਦਾ ਆਈ ਗੈਸ ਉਹ ਟੈਂਪਲੇਟ ਐਕਚੁਅਲੀ ਟੈਂਪਲੇਟ ਦੇ ਦਿੰਦੇ, ਜਿਵੇਂ 10 ਚੈੱਕਲਿਸਟ ਹੈ, ਉਹਦੇ ਚੋਂ ਤੁਹਾਡੇ ਲਈ 9 ਟਿਕ ਬਾਕਸ ਹੋਣਗੇ, ਕਿਸੇ ਲਈ 8 ਟਿਕ ਬਾਕਸ ਹੋਣਗੇ, ਠੀਕ ਹੈ। ਮਤਲਬ ਇਹ ਨਹੀਂ ਹੈਗਾ, ਬਟ ਰਿਕੁਆਇਰਮੈਂਟ ਜੋ ਆਪਾਂ ਤੁਹਾਨੂੰ ਗੱਲ ਕਰ ਰਹੇ ਹਾਂ ਕਿ ਪੁਆਇੰਟ ਦੱਸੇ ਆ ਜਿਹੜੇ, ਉਹ 100% ਹੋਣੇ ਚਾਹੀਦੇ ਐਜ਼ ਅ IT ਪ੍ਰੋਫੈਸ਼ਨ। ਇਹ ਮੇਰੇ ਹਿਸਾਬ ਨਾਲ ਇਹ ਇੱਕ ਪ੍ਰੋਸੈਸ ਹੋ ਗਿਆ, ਠੀਕ ਹੈ, ਵੀ ਤੁਹਾਨੂੰ ਕੀ ਚਾਹੀਦਾ ਹੈ। ਮੈਂ ਬਾਕੀ ਐਂਡ ਦੇ ਵਿੱਚ ਥੋੜੇ ਪੁਆਇੰਟ ਦੱਸ ਦਾਂਗਾ ਵੀ ਕੀ ਹੈ, ਬਟ ਮੈਂ ਉਸ ਤੋਂ ਪਹਿਲਾਂ ਇਹ ਜ਼ਰੂਰ ਦੱਸ ਦੇਣਾ ਤੁਹਾਨੂੰ ਕਿ ਇਹ ਟੋਟਲ ਟਾਈਮ ਕਿੰਨਾ ਲੱਗਿਆ। ਮਤਲਬ ਸਟਾਰਟਿੰਗ ਤੋਂ ਜਦੋਂ ਤੋਂ UK ਦੇ ਵਿੱਚ ਤੁਹਾਡੀ ਵੈਕੈਂਸੀ ਨਿਕਲੀ ਹੈ ਜਿਹਦੇ ਲਈ ਤੁਸੀਂ ਅਪਲਾਈ ਕੀਤਾ ਹੈ, ਉੱਥੋਂ ਲੈ ਕੇ ਜਦੋਂ ਤੁਸੀਂ ਇੱਥੇ UK ਆ ਗਏ ਹੋ, ਉੱਥੇ ਕਿੰਨਾ ਟਾਈਮ ਲੱਗਿਆ? ਜੇ ਤੁਸੀਂ ਮੇਨ ਟਾਈਮ ਦੇਖਦੇ ਹੋ ਤੇ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ 4 to 5 months ਤੁਸੀਂ ਲੈ ਕੇ ਚੱਲ ਸਕਦੇ ਹੋ ਮਿਨੀਮਮ, 4 to 5 months, ਹੈ ਨਾ ਜੀ। ਤੇ ਬਾਕੀ ਬਹੁਤ ਚੀਜ਼ਾਂ ਇੰਟਰਨਲ ਵੀ ਹੁੰਦੀਆਂ ਹੈ ਨਾ ਕੰਪਨੀਆਂ ਦੀਆਂ, ਤੇ ਇਟ ਕੁਡ ਗੋ ਟੂ 1 year ਆਲਸੋ, ਬਟ 4 ਜਾਂ 5 ਮਹੀਨੇ ਤੋਂ ਲੈ ਕੇ ਤੁਹਾਨੂੰ 1 ਸਾਲ ਤੱਕ ਆਰਾਮ ਨਾਲ ਲੱਗ ਸਕਦਾ ਵਾ, ਤੁਹਾਡੀ ਕੰਪਨੀ ਨੂੰ ਲੱਗ ਸਕਦਾ ਵਾ, ਬਿਕਾਜ਼ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀ ਕੰਪਨੀਜ਼ ਦੇ ਅਪ ਐਂਡ ਡਾਊਨ ਚੱਲਦੇ ਹੁੰਦੇ, ਉਹਨਾਂ ਨੂੰ ਦੇਖਣਾ ਪੈਂਦਾ। ਹਾਂ, ਡਿਫਰੈਂਟ ਹੈ। ਹਾਂ, ਤੇ ਇਹ ਕਈ ਵੀਜ਼ਾ ਤਾਂ ਵੀ ਇਹਨਾਂ ਨੂੰ ਥੋੜਾ ਟਾਈਮ ਜ਼ਿਆਦਾ ਲੱਗਿਆ ਕਿਉਂਕਿ ਇਹਨਾਂ ਦੀ ਇੱਥੇ ਲੌਂਗ ਟਰਮ ਵੀਜ਼ਾ ਦੀ ਤੇ ਆਏ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿਹੜਾ ਵੀਜ਼ਾ ਹੈ। ਹਾਂਜੀ, ਵੀਜ਼ਾ ਇਹਨਾਂ ਕੋਲ ਹੈਗਾ ਜੀ Tier 2 ਜਨਰਲ ਵੀਜ਼ਾ, ਠੀਕ ਹੈ, Tier 2 ਜਨਰਲ ਵੀਜ਼ਾ। ਤੇ ਇਹਨਾਂ ਨੂੰ ਡਾਇਰੈਕਟ ਕੰਪਨੀ ਵੱਲੋਂ
5 ਸਾਲ ਦਾ ਫॉर 5 ਇਅਰਸ ਇਹਨਾਂ ਨੂੰ ਮਤਲਬ ਵੀਜ਼ਾ ਮਿਲਿਆ, ਲੌਂਗ ਟਰਮ ਜਿਹਨੂੰ ਆਪਾਂ ਵੀਜ਼ਾ ਕਹਿੰਦੇ ਹਾਂ। ਤੇ ਇਹਨਾਂ ਨੂੰ ਇਸ ਕਰਕੇ ਮਿਲਿਆ ਹੈ ਕਿਉਂਕਿ ਇਹਨਾਂ ਦੇ ਕੰਪਨੀ ਦੇ ਟਾਈ ਅਪ ਸੀ, ਠੀਕ ਹੈ। ਕੰਪਨੀ ਦਾ ਮਤਲਬ ਕਹਿਣ ਦਾ ਮਤਲਬ ਆਇਆ ਵੀ ਜਿਵੇਂ ਜਿਵੇਂ ਤੁਹਾਡਾ ਕੰਪਨੀ ਦੇ ਵਿੱਚ ਬਿਹੇਵ ਹੈ ਜਾਂ ਕੰਪਨੀ ਦੀ ਪਾਲਿਸੀਜ਼ ਹੈ, ਉਸ ਹਿਸਾਬ ਨਾਲ ਤੁਹਾਨੂੰ ਅੱਗੇ ਉਹ ਪ੍ਰੋਵਾਈਡ ਕਰਦੇ ਆ, ਠੀਕ ਹੈ। ਤੁਹਾਨੂੰ ਹੁਣ ਆਪਾਂ ਇਹ ਵੀ ਗੱਲ ਕਰਦੇ ਹਾਂ, ਜਿਹੜੇ ਆਪਣੇ IT ਪ੍ਰੋਫੈਸ਼ਨਲ ਉਹ ICT ਵੀਜ਼ਾ ਤੇ ਵੀ ਆਉਂਦੇ ਆ। ਹੁਣ ਮੈਨੂੰ ICT ਦੀ ਯਾਦ ਨਹੀਂ ਹੈਗੀ, ICT ਦੀ ਫੁੱਲ ਫਾਰਮ ਚੈੱਕ ਕਰਿਓ। ਇੰਟਰਾ ਕੰਪਨੀ ਟ੍ਰਾਂਸਫਰ। ਹਾਂ, ICT ਦੀ ਫੁੱਲ ਫਾਰਮ ਹੈਗੀ ਹੈ ਇੰਟਰਾ ਕੰਪਨੀ ਟ੍ਰਾਂਸਫਰ ਵੀਜ਼ਾ। ਉਹ ਕੀ ਹੁੰਦਾ ਹੈ? ਉਹ ਸ਼ਾਰਟ ਟਰਮ ਵੀਜ਼ਾ ਹੁੰਦਾ। ਕੰਪਨੀ ਤੁਹਾਨੂੰ 1 ਸਾਲ ਦਾ ਜਾਂ 2 ਸਾਲ ਦਾ ਵੀਜ਼ਾ ਦਿੰਦੀ ਹੈ ਔਨ ਸ਼ੋਰ, ਉਹਨੂੰ ਆਪਾਂ ਕਹਿੰਦੇ ਹਾਂ IT ਪ੍ਰੋਫੈਸ਼ਨਲ ਔਨ ਸ਼ੋਰ। ਉਹ ਬੜੀ ਜਲਦੀ ਵੀਜ਼ਾ ਲੱਗ ਜਾਂਦਾ। ਬਟ ਇਹਨਾਂ ਦਾ ਵੀਜ਼ਾ ਇਸ ਕਰਕੇ ਥੋੜਾ ਜਿਹਾ ਗੈਪ ਪਿਆ ਹੈ ਕਿਉਂਕਿ ਇਹਨਾਂ ਦਾ ਲੌਂਗ ਟਰਮ ਵੀਜ਼ਾ ਹੈ ਫॉर 5 ਈਅਰ ਜਨਰਲ ਵੀਜ਼ਾ, ਠੀਕ ਹੈ। Tier 2 ਜਨਰਲ ਵੀਜ਼ਾ ਜੋ ਸਭ ਤੋਂ ਮਤਲਬ ਇੱਕ ਵਧੀਆ ਵੀਜ਼ਾ ਦੀ ਕੈਟਾਗਰੀ ਵਧੀਆ ਮੰਨੀ ਜਾਂਦੀ ਹੈ, ਓਕੇ, ਠੀਕ ਹੈ। ਤੇ ICT ਵੀਜ਼ਾ ਹੈਗਾ ਇੰਟਰਾ ਕੰਪਨੀ ਟ੍ਰਾਂਸਫਰ ਵੀਜ਼ਾ। ਉਹ ਹੁੰਦਾ ਹੈ ਸ਼ਾਰਟ ਟਰਮ ਵੀਜ਼ਾ। ਕੰਪਨੀ ਤੁਹਾਨੂੰ ਕਹਿੰਦੇ ਆ ਵੀ UK 'ਚ ਸਾਡੀ, ਜਿਵੇਂ ਇੱਕ ਐਗਜ਼ਾਮਪਲ ਦੇ ਰਿਹਾ, ਜਿਵੇਂ ਐਕਸੈਂਚਰ ਹੈ, ਹਾਂਜੀ, ਐਕਸੈਂਚਰ ਹੋ ਗਈ, ਵਿਪਰੋ ਹੋ ਗਈ। ਵਿਪਰੋ ਕਹਿੰਦੀ ਹੈ ਜੀ ਸਾਨੂੰ UK ਦੇ ਵਿੱਚ ਬੰਦੇ ਦੀ ਲੋੜ ਹੈ, ਠੀਕ ਹੈ। ਤੇ ਇੱਥੋਂ ਆਪਣਾ ਕੋਈ ਬੰਦਾ ਪ੍ਰੋਫੈਸ਼ਨਲ ਹੈ ਜਿਹੜਾ, ਉਹ UK ਦੇ ਵਿੱਚ ਉਹ ਭੇਜ ਦੇਣਗੇ ਫॉर 2 ਈਅਰ ਫॉर 1 ਈਅਰ। ਉਹਨਾਂ ਦਾ ਲੌਂਗ ਟਰਮ ਵੀਜ਼ਾ ਕਦੇ ਨਹੀਂ ਲੱਗਦਾ। ICT ਵੀਜ਼ਾ ਤੇ ਤੁਸੀਂ ਕਦੇ ਵੀ ਲੌਂਗ ਟਰਮ ਵੀਜ਼ਾ ਨਹੀਂ ਤੁਹਾਨੂੰ ਮਿਲਦਾ। ICT ਦੇ ਬਾਅਦ ਮੈਕਸਿਮਮ 3 ਈਅਰ ਦਾ ਮਿਲ ਜਾਂਦਾ। ਫਿਰ ਉਹਦੇ 'ਚ ਪੂਲਿੰਗ ਪੀਰੀਅਡ ਹੁੰਦਾ, ਉਹ ਤੁਹਾਨੂੰ ਫਿਰ 1 ਸਾਲ ਵਾਪਸ ਦੁਬਾਰਾ ਭੇਜਣਗੇ, ਫਿਰ ਗੈਪ ਦੇਣਗੇ, ਫਿਰ ਉਹ ਤੁਹਾਨੂੰ ਵੀਜ਼ਾ ਦੁਬਾਰਾ ਦੇ ਸਕਦੇ ਆ। ਦੈਟ ਮੀਨਸ ਉਹ ਇਸ ਕਰਕੇ ਨਹੀਂ ਦਿੰਦੇ ICT ਤੇ ਕਿ ਤੁਸੀਂ ਇੱਥੇ ਪਰਮਾਨੈਂਟ ਨਾ ਹੋ ਸਕੋ, ਤੁਸੀਂ ਸੈਟਲਮੈਂਟ ਨਾ ਹੋ ਸਕੇ। ਸੋ ਇਹ ਹੈ ਡਿਫਰੈਂਸ। ਸੋ ਇਹ ICT ਵੀਜ਼ਾ ਤੇ ਨਹੀਂ ਹੈਗੇ, ਇਹ Tier 2 ਜਨਰਲ ਵੀਜ਼ੇ, ਤਾਂ ਕਰਕੇ ਇਹਨਾਂ ਦਾ 4-5 ਮੰਥ ਦਾ ਟਾਈਮ ਲੱਗਿਆ, ਹਾਂਜੀ, ਠੀਕ ਹੈ। ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੋਸੀਬਿਲਿਟੀ, ਕਿ ਆਪਾਂ ਅਗਰ ਕਹਿੰਦੇ ਆ ਕਿ ਵਰਕ ਵੀਜ਼ਾ ਆਪਾਂ ਨੂੰ ਡਾਇਰੈਕਟ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਨਹੀਂ ਮਿਲ ਸਕਦਾ, ਡੈਫੀਨੇਟਲੀ ਮਿਲ ਸਕਦਾ ਕਿ IT ਪ੍ਰੋਫੈਸ਼ਨ ਦੇ ਵਿੱਚ ਅਗਰ ਤੁਸੀਂ ਹੈਗੇ ਹੋ। ਅੱਜ ਟੌਪਿਕ ਸਿਰਫ IT ਪ੍ਰੋਫੈਸ਼ਨ ਦਾ, ਹੋਰ ਕਿਸੇ ਦਾ ਨਹੀਂ ਹੈਗਾ। ਸੋ IT ਪ੍ਰੋਫੈਸ਼ਨ ਤੇ ਡੈਫੀਨੇਟਲੀ ਯੂ ਕੈਨ ਗੈਟ ਅ ਵੀਜ਼ਾ, ਠੀਕ ਹੈ। ਇਹ ਹੁਣ ਡਿਪੈਂਡ ਕਰਦਾ ਤੁਹਾਡੀ ਕੰਪਨੀ ਦੀ ਪਾਲਿਸੀ ਕੀ ਹੈ, ਰਾਈਟ। ਰੈਦਰ ICT, ਰੈਦਰ ਜਨਰਲ 2 ਮਤਲਬ ਜਨਰਲ ਵੀਜ਼ਾ ਫॉर 5 ਈਅਰ 3 ਈਅਰ, ਡਿਪੈਂਡ ਕਰਦਾ ਪੋਸਿਬਿਲਿਟੀ ਹਾਂ ਪਲੱਸ ਰਿਕੁਆਇਰਮੈਂਟ। ਕਈ ਕੰਪਨੀਜ਼ ਹੈਗੇ ਜਿਵੇਂ ਵਿਪਰੋ ਭੇਜਦੀ ਹੈ ਇੱਥੇ, ਐਕਸੈਂਚਰ ਭੇਜਦੀ ਹੈ, ਠੀਕ ਹੈ, TCS ਭੇਜਦੀ ਹੈ, ਟਾਟਾ ਕੰਸਲਟ ਉਹ ਭੇਜਦੀ ਹੈ, ਪਰ ਉਹ ਲੌਂਗ ਟਰਮ ਵੀਜ਼ਾ ਤੇ ਨਹੀਂ ਭੇਜਦੀ। ਕਈਆਂ ਨੂੰ ਭੇਜਦੀ ਵੀ ਹੋਏਗੀ, ਜਿਵੇਂ ਇਹਨਾਂ ਨੂੰ ਭੇਜਿਆ ਉਹਨੂੰ ਭੇਜਦੀ ਵੀ ਹੋਏਗੀ। ਬਟ ਮੇਨ ਆਪਾਂ ਜੋ ਅਗਰ ਇੱਕ ਬਰੀਫਲੀ ਗੱਲ ਕਰੀਏ, ਯੈਸ ਪੋਸੀਬਿਲਿਟੀ ਹੈਗੀ ਹੈ ਕਿ ਤੁਸੀਂ ਮਾਈਗ੍ਰੇਟ ਹੋ ਸਕਦੇ ਹੋ ਕਿਸੇ ਵੀ ਕੰਟਰੀ ਤੋਂ। ਬਾਕੀ ਇੱਕ ਹੋਰ ਗੱਲ ਕਰਦੇ, ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਉੱਥੇ ਜਿਹੜੇ ਪੜ੍ਹ ਰਹੇ ਆ ਆਪਣੇ IT ਵਾਲੇ ਕੰਮ ਕਰ ਰਹੇ ਆ, ਮੈਨੂੰ ਮੈਸੇਜ ਆਉਂਦੇ ਆ ਕਿ ਮੇਰੇ ਕੋਲ 3-4 ਸਾਲ ਦਾ ਐਕਸਪੀਰੀਅੰਸ ਹੈ ਬਟ ਸਾਡੀ ਕੰਪਨੀਜ਼ ਭੇਜਦੀਆਂ ਨਹੀਂ ਹੈਗੀਆਂ, ਠੀਕ ਹੈ। ਇਹਦੇ ਵਿੱਚ ਵੀ ਪੋਸੀਬਿਲਿਟੀ ਹੈਗੀ ਹੈ ਕਿ ਤੁਸੀਂ ਇੰਡੀਡ ਜਾਂ ਜੋ ਵੀ ਜੋਬ UK ਦੀਆਂ ਜੋਬ ਵੈਬਸਾਈਟਸ ਹੈ ਉਹਨਾਂ 'ਤੇ ਮਤਲਬ ਤੁਸੀਂ ਉਹਨਾਂ 'ਤੇ ਸਰਚ ਟਰਾਈ ਕਰਦੇ ਰਹੋ, ਆਪਣਾ CV ਅਪਲੋਡ ਕਰਦੇ ਰਹੋ UK ਫਾਰਮੈਟ ਦੇ ਵਿੱਚ। ਮਤਲਬ ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਅਗਰ ਤੁਸੀਂ ਕੋਈ ਬ੍ਰਿਲੀਅੰਟ, ਤੁਹਾਡੇ ਕੋਲ ਸਕਿੱਲਸ ਬਹੁਤ ਜ਼ਿਆਦਾ ਹੈ ਜੋ ਇੱਥੇ ਉਹਨਾਂ ਨੂੰ ਵੈਕੈਂਸੀ ਚਾਹੀਦੀ ਹੈ, ਮੇਬੀ ਉਹ ਤੁਹਾਨੂੰ ਅਪਰੋਚ ਕਰ ਸਕਣ। ਆਫ ਕੋਰਸ ਅੱਜ ਕੱਲ੍ਹ ਜਿਵੇਂ ਡੇਟਾ ਸਾਇੰਸ ਦਾ ਡੇਟਾ ਐਨਾਲਿਸਟ ਦਾ, ਡੇਟਾ ਸਾਇੰਸਿਸ ਦਾ, ਠੀਕ ਹੈ, ਕਾਫੀ ਸਕੋਪ ਹੈਗਾ। ਸੋ ਇਹ ਪੋਸੀਬਿਲਿਟੀ ਹੈਗੀ ਹੈ ਕਿ ਤੁਹਾਨੂੰ ਮਿਲ ਸਕਦਾ ਹੈ। ਬਟ ਮੈਂ ਦੇਖੋ ਟੂ ਬੀ ਬਲੰਟ, ਮੈਂ ਸਿੱਧੀ ਗੱਲ ਕਰਦਾ, ਪਰ ਚਾਂਸਸ ਬਹੁਤ ਘੱਟ ਹੈ ਅਗਰ ਤੁਸੀਂ ਡਾਇਰੈਕਟ UK ਦੇ ਵਿੱਚ ਜੋਬ ਅਪਲਾਈ ਕਰੋਗੇ। ਚਾਂਸਸ ਬਹੁਤ ਘੱਟ ਹੈ ਬਟ ਪੋਸੀਬਿਲਿਟੀ ਹੈਗੀ ਹੈ। ਅਗਰ ਤੁਸੀਂ ਕੋਈ ਕੰਪਨੀ ਇਹੋ ਜਿਹੀ ਹੈ ਜੋ ਤੁਹਾਨੂੰ ਵਿਲਿੰਗਲੀ ਭੇਜ ਸਕਦੀ ਹੈ UK ਦੇ ਵਿੱਚ, ਉਹ ਤਾਂ ਆਪਣਾ 100% ਹੈਗਾ ਹੀ, ਉਹਦਾ ਤੁਹਾਨੂੰ ਉਹ ਤਾਂ ਹੈਗੀ ਹੈ, ਭਾਵੇਂ ਕੋਈ ਵੀ ਵੀਜ਼ਾ ਕੈਟਾਗਰੀ ਹੋਵੇ। ਸੋ ਮੇਰਾ ਥੋੜ੍ਹਾ ਜਿਹਾ ਵੀਡੀਓ ਬਣਾਉਣ ਦਾ ਇਹੀ ਚੱਕਰ ਸੀ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਮੈਂ ਜਨਰਲ ਵੀਜ਼ੇ ਦੀ ਗੱਲ ਕੀਤੀ ਹੈ ਵੀ ਇਹ ਸਿਰਫ IT ਪ੍ਰੋਫੈਸ਼ਨਲ ਲਈ ਹੀ ਹੁੰਦਾ ਹੈ। ਇਹ ਡਾਕਟਰ ਵੀ ਆਉਂਦੇ ਆ, ਨਰਸਿਸ ਵੀ ਆਉਂਦੀਆਂ, ਹੋਰ ਕਾਫੀ ਪ੍ਰੋਫੈਸ਼ਨ ਵੀ ਹੈਗੇ ਆ ਜਿਹੜੇ ਇਹ ਡਾਇਰੈਕਟ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਆਪਾਂ ਨੇ ਅੱਜ ਵੀਡੀਓ ਆਪਣੀ IT ਦੇ ਤਾਂ ਆਪਾਂ ਨੇ IT ਰਿਲੇਟਡ ਕੀਤੀ ਹੈ। ਸੋ ਬਸ ਐਂਡ ਦੇ ਵਿੱਚ ਇਹੀ ਗੱਲ ਕਰਾਂਗੇ ਕਿ ਪੋਸੀਬਿਲਿਟੀ ਹੈਗੀ ਹੈ, ਯੈਸ ਯੂ ਕੈਨ ਕਮ ਇਨ UK ਔਨ ਮਤਲਬ ਜਨਰਲ ਵੀਜ਼ਾ ਨਹੀਂ, ਔਨ ਵਰਕ ਪਰਮਿਟ, ਠੀਕ ਹੈ, ਐਜ਼ ਅ IT ਪ੍ਰੋਫੈਸ਼ਨਲ। ਸੋ ਮੇਨ ਪੁਆਇੰਟ ਆਪਾਂ ਸਭ ਤੋਂ ਨੰਬਰ 1, ਤੁਹਾਡੀ ਕੰਪਨੀ ਦੇ ਲਿੰਕ ਟਾਈ ਅਪ ਪ੍ਰੋਜੈਕਟ ਇੱਥੇ UK ਦੇ ਵਿੱਚ ਹੋਣੇ ਚਾਹੀਦੇ ਆ। ਉਹ ਤੁਸੀਂ ਆਪਣੀ ਕੰਪਨੀ ਨਾਲ ਅਗਰ ਹੈਗੇ ਹੋ ਤਾਂ ਤੁਸੀਂ ਗੱਲ ਕਰ ਸਕਦੇ ਹੋ ਕਿ ਹਾਂਜੀ ਤੁਹਾਡਾ ਕੋਈ ਪ੍ਰੋਜੈਕਟ ਹੈਗਾ, ਅਗਰ ਤੁਹਾਨੂੰ ਬਾਹਰ ਭੇਜ ਸਕਦੇ ਤਾਂ ਠੀਕ ਹੈ, ਤਾਂ ਪ੍ਰੋਸੈਸ ਸਟਾਰਟ ਹੋ ਜਾਏਗਾ। ਉਹ ਕੰਪਨੀ ਦਾ ਆਪ ਹੀ, ਕੰਪਨੀ ਦੇ ਕੰਸਲਟੈਂਟ ਹੁੰਦੇ ਉਹ ਆਪ ਹੀ ਪ੍ਰੋਸੈਸ ਪ੍ਰੋਸੀਡ ਕਰਨਗੇ। ਨੰਬਰ 2 ਤੇ ਹੈਗਾ ਜੀ UK ਦੀ ਕੰਪਨੀ ਦੇ ਵਿੱਚ ਓਪਰਚੁਨਿਟੀ ਹੋਣੀ ਚਾਹੀਦੀ ਹੈ, ਤੁਹਾਡਾ ਸਕਿੱਲ ਸੈਟ ਮੈਚ ਹੋਣਾ ਚਾਹੀਦਾ। ਇਹ ਤੇ ਅਗਰ ਤੁਹਾਡਾ ਸਕਿੱਲ ਸੈਟ ਮੈਚ ਹੈ, ਤੁਸੀਂ ਉੱਥੇ ਅਪਲਾਈ ਕਰਦੇ ਹੋ ਤੇ ਮਿਲ ਜਾਂਦੀ ਹੈ ਕੰਪਨੀ ਦੇ ਥਰੂ ਦੇ ਵਿੱਚ ਹੀ, ਤਾਂ ਇਹ ਹੈਗਾ ਨੰਬਰ 2, ਠੀਕ ਹੈ। ਇਹ ਹੋਣਾ ਚਾਹੀਦਾ ਸਕਿੱਲ ਸੈਟ ਮੈਚ, ਵੈਕੈਂਸੀ ਹੋਣੀ ਚਾਹੀਦੀ ਹੈ।
ਤੇ ਨੰਬਰ 3 ਤੇ ਹੈਗੀ ਹੈ ਤੇ ਕੰਪਨੀ ਵਿਲਿੰਗਲੀ ਤੁਹਾਨੂੰ ਸਪਾਂਸਰਸ਼ਿਪ ਦੇਣਾ ਮਤਲਬ ਦੇ ਸਕਦੀ ਹੈ, ਰਾਈਟ, ਤੁਹਾਨੂੰ ਉਹ ਸਪਾਂਸਰ ਕਰ ਸਕਦੀ ਹੈ, ਤੁਹਾਡੇ ਤੇ ਪੈਸਾ ਇਨਵੈਸਟ ਕਰ ਸਕਦੀ ਹੈ। ਸੋ ਇਹ ਚੀਜ਼ਾਂ ਦਾ ਆਪਾਂ ਨੇ ਪੁਆਇੰਟ, ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਕੰਪਨੀ ਕਰ ਸਕਦੀ ਹੈ, ਠੀਕ ਹੈ, ਤੁਸੀਂ ਉਹਨਾਂ ਨੂੰ ਅਪਰੋਚ ਕਰੋ ਅਗਰ ਉਹ ਯੂਕੇ ਦੇ ਵਿੱਚ ਮਾਈਗ੍ਰੇਟ ਤੁਸੀਂ ਹੋਣਾ ਚਾਹੁੰਦੇ ਹੋ। ਬੀਇੰਗ ਅ ਸੌਫਟਵੇਅਰ ਡਿਵੈਲਪਰ ਜਾਂ ਤੁਸੀਂ ਆਈਟੀ ਪ੍ਰੋਫੈਸ਼ਨਲ ਲਾ ਲਓ, ਦੋਨਾਂ ਨੂੰ ਹੈ ਤੇ ਸਕੋਪ ਕਾਫੀ ਹੈ ਆਈਟੀ ਦਾ ਇੱਥੇ। ਆਪਾਂ ਨੇ ਅੱਜ ਐਕਸਪੀਰੀਅੰਸ ਵਾਲਿਆਂ ਦੀ ਗੱਲ ਕੀਤੀ ਹੈ। ਕਿਸੇ ਹੋਰ ਟੌਪਿਕ ਤੇ ਕਦੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਸੇ ਫਰੈਸ਼ ਬਾਰੇ ਵੀ, ਅਗਰ ਤੁਸੀਂ ਐਜ਼ ਅ ਫਰੈਸ਼ਰ ਯੂਕੇ ਦੇ ਵਿੱਚ ਸਟੱਡੀ ਕਰਦੇ ਹੋ ਉਸ ਤੋਂ ਬਾਅਦ ਕੀ ਸਕੋਪ ਹੈ ਜਾਂ ਕੀ ਐਸਾ, ਉਹਦੇ ਬਾਰੇ ਫੇਰ ਗੱਲ ਕਰਾਂਗੇ। ਬਟ ਹੋਪਫੁਲੀ ਤੁਹਾਨੂੰ ਥੋੜਾ ਜਿਹਾ ਵੀਡੀਓ ਪਤਾ ਲੱਗ ਗਿਆ ਹੋਣਾ ਵੀ ਕਿਵੇਂ ਕੀ ਰਿਕੁਆਇਰਮੈਂਟ ਹੁੰਦੀ ਹੈ, ਕਿਉਂ ਮੈਂ ਕਹਿਣਾ ਹੈ ਵੀ ਹਾਂ ਚਾਂਸਸ ਹੈਗੇ ਆ ਪਰ ਕਿਵੇਂ ਆ ਸਕਦੇ ਹੋ। ਸੋ ਇਹ ਹੈ ਵੀ ਕੰਪਨੀ ਦੇ ਥਰੂ। ਸੋ ਅਗਰ ਕੋਈ ਮੇਬੀ ਕੋਈ ਮੇਰੇ ਤੋਂ ਕੋਈ ਮਿਸ ਰਹਿ ਗਈ ਹੋਵੇ ਗੱਲ, ਜੇ ਅਗਰ ਮੈਨੂੰ ਨਾ ਪਤਾ ਹੋਵੇ ਜਾਂ ਮੇਰੇ ਤੋਂ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਕਿਸੇ ਆਈਟੀ ਪ੍ਰੋਫੈਸ਼ਨ ਨੂੰ ਜੋ ਆਇਆ ਹੋਵੇ ਯੂਕੇ ਦੇ ਵਿੱਚ, ਉਹ ਤੁਸੀਂ ਕਮੈਂਟ ਕਰ ਦਿਓ। ਆਪਾਂ ਨੇ ਤਾਂ ਬਸ ਨੌਲੇਜ ਸ਼ੇਅਰ ਕਰਨੀ ਹੈ ਨਾ, ਕਿ ਮੇਬੀ ਉਹ ਕਿਸੇ ਨੂੰ ਹੋਰ ਹੈਲਪ ਹੋ ਜੇ। ਸੋ ਬਸ ਇਹੀ ਹੈ ਜੀ, ਵੀਡੀਓ ਕਰਦੇ ਹਾਂ ਇੱਥੇ ਬੰਦ, ਕਾਫੀ ਟਾਈਮ ਹੋ ਗਿਆ। ਮਿਲਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ ਤੇ ਫਤਿਹ। ਸਤਿ ਸ਼੍ਰੀ ਅਕਾਲ ਜੀ।